ਸੋ ਮੈਂ ਇੱਕ ਵਾਰ ਫਿਰ ਰਿਪੀਟ ਕਰਾ ਦਿੰਦੀ ਹਾਂ। ਸ਼ੈਡਿਊਲਿੰਗ ਐਲਗੋਰਿਥਮ ਜਿਹੜੇ ਅਸੀਂ ਸਟਾਰਟ ਕੀਤੇ ਆ ਉਹਦੇ 'ਚ ਅਸੀਂ ਫਸਟ ਕਮ ਫਸਟ ਸਰਵ ਯੂਜ਼ ਕੀਤਾ ਹੈ, ਜਿਹਦੇ 'ਚ ਜਿਹੜੀ ਪ੍ਰੋਸੈਸ ਪਹਿਲੇ ਆਏਗੀ ਚਾਹੇ ਉਹ ਵੱਡੀ ਹੈ, ਚਾਹੇ ਉਹਦਾ ਰਨਿੰਗ ਟਾਈਮ ਘੱਟ ਹੈ, ਚਾਹੇ ਜ਼ਿਆਦਾ ਹੈ, ਤਾਂ ਉਸੇ ਅਕੋਰਡਿੰਗ ਉਹਨੇ ਚੱਲਣਾ ਹੈ। ਉਸ ਤੋਂ ਬਾਅਦ ਅਸੀਂ ਕਰ ਰਹੇ ਹਾਂ ਸ਼ੋਰਟੈਸਟ ਜੋਬ ਫਸਟ। ਜਿਹੜੀ ਸਭ ਤੋਂ ਛੋਟੀ ਜੋਬ ਹੋਏਗੀ, ਸਭ ਤੋਂ ਛੋਟੀ ਪ੍ਰੋਸੈਸ ਹੋਏਗੀ, ਆਪਾਂ ਉਹਨੂੰ ਰਨ ਕਰਨਾ ਹੈ ਅਤੇ ਉਹਨੂੰ ਕੰਪਲੀਟਲੀ ਰਨ ਕਰਨਾ ਹੈ। ਅਸੀਂ ਉਹਨੂੰ ਰੋਕਣਾ ਨਹੀਂ ਹੈ। ਇਹਦੇ 'ਚ ਦੋ ਟਾਈਪਸ ਦੀਆਂ SGF ਆਈਆਂ ਦੀਆਂ, ਇੱਕ ਪ੍ਰਿਮਟਿਵ, ਇੱਕ ਨੋਨ ਪ੍ਰਿਮਟਿਵ। ਨੋਨ ਪ੍ਰਿਮਟਿਵ ਜਿਹਨੂੰ ਅਸੀਂ ਨਹੀਂ ਰੋਕ ਸਕਦੇ ਕਿ ਅਗਰ ਲਾਈਕ ਇੱਥੇ P4 ਹੈ, P4 ਪੂਰੀ ਦੀ ਪੂਰੀ ਚੱਲੇਗੀ। P4 ਦੈਟ ਮੀਨ ਛੋਟੀ ਪ੍ਰੋਸੈਸ ਦੀ, P4 ਛੋਟੀ ਹੈ ਅਤੇ ਪੂਰੀ ਦੀ ਪੂਰੀ ਚੱਲੇਗੀ। P3 ਉਸ ਤੋਂ ਵੱਡੀ ਹੈ ਅਤੇ ਪੂਰੀ ਚੱਲੇਗੀ। P2 ਹੈ 4 ਪੂਰੀ ਚੱਲ ਰਹੀ ਹੈ। P1 30 ਹੈ ਅਤੇ ਪੂਰੀ ਚੱਲ ਰਹੀ ਹੈ 30 ਤੱਕ। ਸੋ ਇਹ ਹੈਗਾ ਤਾਂ ਨੋਨ ਪ੍ਰਿਮਟਿਵ। ਉਸ ਤੋਂ ਬਾਅਦ ਤੁਸੀਂ ਦੇਖਣਾ ਹੈ ਪ੍ਰਿਮਟਿਵ ਐਲਗੋਰਿਥਮ ਬਟ ਸ਼ੋਰਟੈਸਟ ਜੋਬ ਫਸਟ ਦੇ ਅੰਦਰ। ਸੋ ਹੇਅਰ ਇਜ਼ ਅ ਐਗਜ਼ਾਮਪਲ ਆਫ ਪ੍ਰਿਮਟਿਵ SGF, ਪ੍ਰਿਮਟਿਵ ਸ਼ੋਰਟੈਸਟ ਜੋਬ ਫਸਟ ਹੈਗੀ। ਸ਼ੋਰਟੈਸਟ ਜੋਬ ਫਸਟ ਹੈ ਬਟ ਉਹਨੂੰ ਵੀ ਕਿਹਾ ਹੈ ਪ੍ਰਿਮਟ ਕਰਨਾ ਹੈ, ਅਸੀਂ ਰੋਕਣਾ ਹੈ ਵਿੱਚ। ਸੋ ਆ P1 P2 P3 P4 ਹੈ, ਉਹਦਾ ਅਰਾਈਵਿੰਗ ਟਾਈਮ ਲਿਖਿਆ ਕਿ ਉਹਨੇ ਕਿੰਨੇ ਟਾਈਮ 'ਤੇ ਆਉਣਾ ਹੈ। ਦਿਸ ਇਜ਼ ਜਸਟ ਅਪਰੋਕਸੀਮੇਟ ਕਹਿ ਲਓ ਕਿ ਦੱਸ ਦਿੰਦੇ ਆਪਾਂ ਕਿ ਅਰਾਈਵਿੰਗ ਟਾਈਮ ਹੈ, ਬਟ ਨੋਟ ਐਕਚੁਅਲੀ ਕਿ P3 ਨੇ 2 'ਤੇ ਹੀ ਆਉਣਾ ਹੈ, P4 ਨੇ 3 'ਤੇ ਹੀ ਆਉਣਾ ਹੈ। ਆਲਦੋ ਕਿ ਜਿਹੜੀ P ਹੈ ਉਹ ਹਮੇਸ਼ਾ 0 ਤੋਂ ਹੀ ਸਟਾਰਟ ਹੋਏਗੀ P1। ਸੋ ਬਰਸਟ ਟਾਈਮ ਦਿੱਤਾ ਹੋਇਆ P1 8 ਦੇ ਲਈ ਚੱਲੇਗੀ, P2 4 ਦੇ ਲਈ ਚੱਲੇਗੀ, P3 9 ਦੇ ਲਈ ਚੱਲੇਗੀ, P4 ਜਿਹੜੀ 5 ਦੇ ਲਈ ਚੱਲੇਗੀ। ਸੋ ਸਭ ਤੋਂ ਪਹਿਲੇ ਕੀ ਆਇਆ P1 ਲਈ ਆਪਾਂ P1, ਕਿਉਂਕਿ ਇਹ ਪ੍ਰਿਮਟਿਵ ਹੈ, ਸੋ ਅਸੀਂ ਇਹਨਾਂ ਨੂੰ ਪ੍ਰਿਮਟ ਕਰਨਾ ਹੈ, ਰੋਕਣਾ ਹੈ, ਰੋਕ ਕੇ ਹੋਰ ਪ੍ਰੋਸੈਸ ਚਲਾਉਣੀ ਹੈ। 0 ਤੋਂ ਸਟਾਰਟ ਕੀਤੀ ਹੈ, 1 ਸੈਕਿੰਡ ਦੇ ਲਈ ਚਲਾਈ ਹੈ, 8 ਸੈਕਿੰਡ ਇਹਨੇ ਚੱਲਣਾ ਹੈ। ਕਿੰਨੇ ਰਹਿ ਗਏ? 7 ਰਹਿ ਗਏ। ਉਸ ਤੋਂ ਬਾਅਦ ਇਹਨੂੰ ਰੋਕ ਕੇ P2 ਦਾ ਅਰਾਈਵਿੰਗ ਟਾਈਮ ਕਿੰਨਾ ਹੈ? 1। P2 ਆ ਗਈ 1 'ਤੇ। ਹੁਣ ਇਹ ਦੇਖਣਾ ਹੈ ਅਸੀਂ P2 ਦਾ ਜਿਹੜਾ ਬਰਸਟ ਟਾਈਮ ਹੈ ਉਹ 4 ਹੈ। ਹੁਣ ਅਸੀਂ ਸ਼ੋਰਟੈਸਟ ਜੋਬ ਦੇਖਣੀ ਸ਼ੁਰੂ ਕਰਨੀ ਹੈ। P2 ਦਾ ਅਰਾਈਵਿੰਗ ਟਾਈਮ ਬਰਸਟ ਟਾਈਮ 4 ਹੈ, ਮਤਲਬ ਸਭ ਤੋਂ ਛੋਟੀ ਹੈ। ਇਹਦਾ 7 ਪਿਆ ਹੈ, ਇਹਦਾ 9 ਹੈ ਅਤੇ ਇਹਦਾ 5 ਹੈ, ਇਹਦਾ 4 ਹੈ। ਤਾਂ ਮੀਨਜ਼ ਅਸੀਂ P2 ਨੂੰ ਆਪਾਂ ਪੂਰਾ ਚਲਾ ਦੇਵਾਂਗੇ। P2 ਨੂੰ ਅਸੀਂ ਚਲਾਤਾ ਪੂਰਾ, 1 ਤੋਂ ਲੈ ਕੇ 4 ਸੈਕਿੰਡ ਦੇ ਲਈ ਇਹਨੇ ਚੱਲਣਾ ਹੈ। ਤਾਂ ਇੱਥੇ ਕਿੰਨੇ ਹੋ ਗਏ? 5 ਹੋ ਗਏ। P2 ਫਿਨਿਸ਼ ਹੋ ਗਈ। ਠੀਕ ਹੈ। ਉਸ ਤੋਂ ਬਾਅਦ ਆਈ ਹੈ, ਉਸ ਤੋਂ ਬਾਅਦ ਹੁਣ ਛੋਟੀ ਜੋਬ ਕਿਹੜੀ ਹੈ? ਆਹ 9 ਹੈ, ਇਹਦੇ 7 ਪਏ ਹੈ ਅਤੇ 5 ਹੈ, ਇਹ 5 ਹੈ, ਇਹਨੂੰ ਆਪਾਂ ਪੂਰੀ ਚਲਾ ਦਾਂਗੇ। P4 5 ਤੋਂ ਲੈ ਕੇ ਕਿੰਨੇ ਸੈਕਿੰਡ? 5 ਸੈਕਿੰਡ ਦੇ ਲਈ ਚੱਲਣੀ ਹੈ। ਇੱਥੇ ਕਿੰਨਾ ਹੋ ਗਿਆ? 10 ਹੋ ਗਿਆ। ਉਸ ਤੋਂ ਬਾਅਦ ਕਿਹੜੀ ਜੋਬ ਬਚੀ? P1, ਇਹਦੇ 7 ਪਏ ਹੈ ਅਤੇ ਇਹਦੇ 9 ਹੈ, ਦੈਟ ਮੀਨਸ P1 ਛੋਟੀ ਹੈ। ਤਾਂ P1 7 ਸੈਕਿੰਡ ਦੇ ਲਈ ਚੱਲੇਗੀ। 10 + 7 17 ਹੋ ਗਏ। ਉਸ ਤੋਂ ਬਾਅਦ ਬਚਿਆ P3 9 ਸੈਕਿੰਡ ਦੇ ਲਈ ਚੱਲਣੀ ਹੈ ਅਤੇ ਕਿੰਨਾ ਹੋ ਗਿਆ? 26 ਹੋ ਗਿਆ। ਠੀਕ ਹੈ ਜੀ। ਇਹ ਹੈਗਾ ਹੈ ਸ਼ੋਰਟੈਸਟ ਜੋਬ ਫਸਟ ਵਿਦ ਪ੍ਰਿਮਸ਼ਨ। ਓਕੇ। ਸੋ ਹੁਣ ਇਹਦਾ ਵੇਟਿੰਗ ਟਾਈਮ ਆਪਾਂ ਕਿਵੇਂ ਕੈਲਕੂਲੇਟ ਕਰਨਾ ਹੈ? ਮੈਨੂੰ ਨਾਲ ਦੀ ਨਾਲ ਪਿੱਛੇ ਵੀ ਟਰਨ ਕਰਨਾ ਪਏਗਾ। ਸੋ ਵੇਟਿੰਗ ਟਾਈਮ ਧਿਆਨ ਨਾਲ ਦੇਖਣਾ ਹੈ। P1 ਦਾ ਵੇਟਿੰਗ ਟਾਈਮ ਕਿੰਨਾ ਹੈ? 10 - 1 9। ਇਹ ਕਿਵੇਂ ਆਇਆ? P1 ਦਾ ਵੇਟਿੰਗ ਟਾਈਮ ਹੈਗਾ ਹੈ 10 - 9। P1 ਆ ਹੈਗੀ, P1 ਇੱਥੇ ਪੂਰੀ ਚੱਲੀ ਹੈ, ਇੱਥੇ 1 ਸੈਕਿੰਡ ਦੇ ਲਈ ਚੱਲੀ ਹੈ। ਸੋ ਹੇਅਰ ਜਿੱਥੇ ਇਹਦਾ ਕੰਪਲੀਸ਼ਨ ਟਾਈਮ ਹੈ, ਫਿਨਿਸ਼ਿੰਗ ਟਾਈਮ ਹੈ, ਅਸੀਂ ਉਹ ਦੇਖਣਾ ਹੈ ਕਿ P1 ਪਹਿਲੇ ਕਿੰਨਾ ਟਾਈਮ ਕਦੋਂ ਫਿਨਿਸ਼ ਹੋਈ ਹੈ, ਕਿੰਨੇ ਟਾਈਮ 'ਤੇ ਫਿਨਿਸ਼ ਹੋਈ ਹੈ। P1 ਦਾ ਕਿੰਨਾ ਹੋ ਗਿਆ ਵੇਟਿੰਗ ਟਾਈਮ? ਇੱਥੇ 10 ਤੋਂ ਸਟਾਰਟ ਹੋਈ ਹੈ ਅਤੇ ਇੱਥੇ ਫਿਨਿਸ਼ ਕਿੰਨੇ 'ਤੇ ਹੋਈ ਤੀ? ਇਹ 1 'ਤੇ। 10 - ਕਿੰਨਾ ਹੋ ਗਿਆ? 1। ਹੁਣ ਅੱਗੇ P2 ਦਾ ਵੇਟਿੰਗ ਟਾਈਮ ਦੇਖੋ। P2 ਦਾ ਵੇਟਿੰਗ ਟਾਈਮ ਕਿੰਨਾ ਹੈ? 1 - 1। ਇਹਨੂੰ ਕੋਈ ਜ਼ਿਆਦਾ ਵੇਟ ਨਹੀਂ ਕਰਨਾ ਪਿਆ। ਇੱਥੇ ਜਸਟ ਇਹ 1 'ਤੇ ਫਿਨਿਸ਼, ਮਤਲਬ ਇਹਦਾ ਜਸਟ ਇਹੀ ਹੈ ਕਿ 1 - 1 0। ਓਕੇ। ਸੋ ਇੱਕ ਤਾਂ ਇਹ ਚੀਜ਼ ਯਾਦ ਰੱਖਣੀ ਹੈ ਕਿ ਅਸੀਂ ਇਹ ਅਰਾਈਵਿੰਗ ਟਾਈਮ ਦੇ ਨਾਲ ਵੀ ਇਹਨੂੰ ਮਾਈਨਸ ਕਰਦੇ ਹਾਂ, ਕਿਉਂਕਿ ਇਹ 2 ਵਾਰ ਚੱਲੀ ਹੈ, ਇਸ ਕਰਕੇ ਅਸੀਂ 10 - 1 0 ਕਰਾਂਗੇ। P2 ਹੈ ਜਿਹੜੀ ਇੱਥੇ ਚੱਲ ਲਈ ਹੈ, ਤਾਂ ਇਹਦਾ ਕਿੰਨਾ ਹੋਏਗਾ? ਕਿੰਨੇ 'ਤੇ ਅਰਾਈਵ ਹੋਈ ਹੈ ਇਹ, ਅਤੇ ਇੱਧਰ ਇਹਦਾ ਕਿੰਨਾ ਅਰਾਈਵਿੰਗ ਟਾਈਮ ਹੈ? 1 - 1 ਕਿੰਨਾ ਹੋ ਗਿਆ? 0। ਉਸ ਤੋਂ ਬਾਅਦ ਹੈ P3 17 - 2। P3 ਕਿੰਨਾ ਹੈ? 17 - 2। P3 ਕਿੱਥੇ ਹੈ? ਆਹ ਹੈ ਸਾਡੀ P3। ਇੱਥੋਂ ਲੈ ਕੇ ਇੱਥੇ ਤੱਕ ਤਾਂ ਇਹਨੂੰ ਵੇਟ ਕਰਨਾ ਹੀ ਪਿਆ। ਇਹ 17 ਹੋ ਗਿਆ। ਅਰਾਈਵਿੰਗ ਟਾਈਮ ਕਿੰਨਾ ਤਾਂ ਇਹਦਾ? 2। 17 - 2। ਹੁਣ ਤੁਸੀਂ P4 ਦਾ ਦੇਖੋ ਕਿ ਕਿੰਨਾ ਹੋਏਗਾ। P4 ਦਾ ਕਿੰਨਾ ਹੋਏਗਾ? P4 ਇੱਥੇ ਸ਼ੁਰੂ ਹੋਈ ਹੈ 5
5 ਤੇ ਆਈ ਹੈ ਇਹ, ਅਰਾਈਵਿੰਗ ਟਾਈਮ 3 ਹੈ, ਤਾਂ P4 ਦਾ ਕਿੰਨਾ ਹੋ ਗਿਆ 5 - 3 ਹੋਣਾ ਚਾਹੀਦਾ ਹੈ। ਸੋ ਯੈਸ 5 - 3 2 ਮਿਲੀ ਸੈਕਿੰਡਸ, ਇਹ ਹੋ ਗਿਆ ਵੇਟਿੰਗ ਟਾਈਮ। ਠੀਕ ਹੈ ਜੀ, 10 - 1 +1 - 1 +7 - 17 +5 - 3 ਡਿਵਾਈਡਡ ਬਾਈ 4 ਪ੍ਰੋਸੈਸਿਸ ਹੈ, ਤਾਂ ਉਹਨੇ ਨਾਲ ਡਿਵਾਈਡ ਕਰ ਦੇਵਾਂਗੇ, ਤਾਂ ਇਹ ਆ ਗਿਆ 6.5। ਇੱਕ ਹੋਰ ਐਗਜ਼ਾਮਪਲ ਦੇਖ ਲਓ ਛੋਟੀ ਜਿਹੀ, P1 P2 P3 ਬਰਸਟ ਟਾਈਮ ਕਿੰਨਾ ਹੈ 10 ਸੈਕਿੰਡ ਦੇ ਲਈ ਚਲੇਗੀ ਹੈ, 5 ਦੇ ਲਈ ਚਲੇਗੀ ਹੈ, 2 ਦੇ ਲਈ, ਇਹਨੇ 0 'ਤੇ ਅਰਾਈਵ ਹੋਣਾ, ਇਹਨੇ 1 'ਤੇ, ਇਹਨੇ 2 'ਤੇ। ਇਟਸ ਜਸਟ P1 ਹਮੇਸ਼ਾ 0 'ਤੇ ਅਰਾਈਵ ਹੋ ਜਾਂਦੀ ਹੈ, P2 ਵੀ 1 'ਤੇ ਆ ਜਾਂਦੀ ਹੈ। ਬਾਕੀ ਜਿਹੜੀ ਅੱਗੇ ਦੀਆਂ ਪ੍ਰੋਸੈਸਿਸ ਹੈ ਉਹ ਡਿਪੈਂਡ ਕਰਦਾ ਹੈ ਕਿ ਸ਼ਾਰਟੈਸਟ ਜੋਬ ਕਿਹੜੀ ਬਣਦੀ ਹੈ। ਨਾਓ ਯੂ ਕੈਨ ਸੀ P1 0 'ਤੇ ਅਰਾਈਵ ਹੋ ਗਈ, P1 ਹੈ ਜਿਹੜੀ 0 'ਤੇ ਅਰਾਈਵ ਹੋ ਗਈ। ਠੀਕ ਹੈ, 1 ਸੈਕਿੰਡ ਦੇ ਲਈ ਚੱਲੀ ਹੈ, 10 ਸੈਕਿੰਡ ਦੇ ਲਈ ਇਹਨੇ ਟੋਟਲ ਚੱਲਣਾ ਹੈ। ਕਿੰਨੇ ਬਚ ਗਏ 9 ਸੈਕਿੰਡ ਇਹਦੇ ਬਚ ਗਏ। ਇੱਥੇ 1 'ਤੇ P2 ਆ ਗਈ, ਅਰਾਈਵਿੰਗ ਟਾਈਮ P2 ਦਾ। ਮੈਂ ਤੁਹਾਨੂੰ ਕਿਹਾ ਪਹਿਲੀਆਂ ਦੋ ਤਾਂ ਆਲਮੋਸਟ ਸੀਰੀਅਲ ਆਰਡਰ 'ਚ ਚੱਲਦੀਆਂ, ਬਾਕੀ ਸ਼ਾਰਟੈਸਟ ਜੋਬ 'ਤੇ ਡਿਪੈਂਡ ਕਰਦੀਆਂ। P2 ਆ ਗਈ, 1 ਸੈਕਿੰਡ ਦੇ ਲਈ ਚੱਲ ਗਈ। ਠੀਕ ਹੈ, ਸੌਰੀ 1 'ਤੇ ਅਰਾਈਵ ਹੋ ਗਈ P2। ਅਤੇ ਹੁਣ ਇਹ ਦੇਖੋ ਕਿ ਸਭ ਤੋਂ ਛੋਟੀ ਪ੍ਰੋਸੈਸ ਇਹਦੇ 'ਚੋਂ ਕਿਹੜੀ ਹੈ। ਉਸ ਤੋਂ ਬਾਅਦ ਅਸੀਂ ਛੋਟੀ ਦੇਖਣੀ ਸ਼ੁਰੂ ਕਰ ਦਾਂਗੇ। ਇਹਦਾ P1 ਦਾ ਬੱਚਾ 9, P2 ਦਾ ਬੱਚਾ 5, P3 ਦਾ ਕਿੰਨਾ ਹੈ 2, ਦੈਟ ਮੀਨਸ ਸਭ ਤੋਂ ਛੋਟੀ ਇਹ ਹੈ। ਸੋ P2 ਜਦੋਂ ਚੱਲੀ ਹੈ 1 ਸੈਕਿੰਡ ਦੇ ਲਈ, 1 ਸੈਕਿੰਡ ਦੇ ਲਈ ਚਲਾਵਾਂਗੇ, ਅਤੇ ਉਸ ਤੋਂ ਬਾਅਦ P3 ਦੀ ਐਂਟਰੀ ਹੋਏਗੀ। ਠੀਕ ਹੈ, ਕਿਉਂਕਿ ਇਹ ਸਭ ਤੋਂ ਛੋਟੀ ਹੈ। ਸੋ ਇਹਦਾ ਅਰਾਈਵਲ ਟਾਈਮ ਵੀ ਕਿੰਨਾ ਹੋ ਗਿਆ 2, ਅਤੇ ਇਹ ਆਟੋਮੈਟੀਕਲੀ ਵੀ ਸਕੈਡਿਊਲਿੰਗ ਦੇ ਅਕੋਰਡਿੰਗ ਵੀ, ਕਿਉਂਕਿ ਛੋਟੀ ਹੋਣ ਕਰਕੇ ਇਹਨੂੰ 2 'ਤੇ ਹੀ ਅਰਾਈਵ ਕਰ ਲਿਆ ਸੀ। ਅਤੇ ਇਹ P3 ਕਿੰਨੇ ਦੇ ਲਈ, ਕਿਉਂਕਿ ਸਭ ਤੋਂ ਛੋਟੀ ਹੈ, ਇਹਨੂੰ ਪੂਰੀ ਦੀ ਪੂਰੀ ਚਲਾ ਦਾਂਗੇ। ਚੱਲ ਹੀ ਪੂਰੀ ਫਿਨਿਸ਼ ਹੋ ਗਈ, 2 + 2 4, 2 ਸੈਕਿੰਡ ਦੇ ਲਈ ਚੱਲ ਕੇ 4 ਆ ਗਿਆ ਅਤੇ ਫਿਨਿਸ਼ ਹੋ ਗਈ। ਉਸ ਤੋਂ ਬਾਅਦ ਇਹ 9 ਸੈਕਿੰਡ ਦੇ ਲਈ ਹੈ, ਅਤੇ ਇਹ 5, ਇਹਦਾ 2 ਇੱਥੇ ਚੱਲ ਲਿਆ, 1 ਚੱਲ ਲਿਆ ਇੱਥੇ 1 ਸੈਕਿੰਡ ਦੇ ਲਈ ਇਹ ਚੱਲ ਲਈ, ਇਹਦੇ 4 ਬਚ ਗਏ ਅਤੇ ਇਹਦੇ 9 ਬਚੇ ਹੋਏ ਹੈ। ਕਿਹੜੀ ਛੋਟੀ ਹੈ P2 ਛੋਟੀ ਹੈ, P2 ਨੂੰ 4 ਸੈਕਿੰਡ ਦੇ ਲਈ ਚਲਾ ਦੇਵਾਂਗੇ, 4 ਹੋ ਗਿਆ। ਅਤੇ ਉਸ ਤੋਂ ਬਾਅਦ 9 ਇਹਦੇ ਬਚਦੇ ਹੈ, 8 ਅਤੇ 9 ਅੱਗੇ ਇਹਨੂੰ ਚਲਾ ਦੇਵਾਂਗੇ 17 ਸੈਕਿੰਡ ਦੇ ਲਈ, 17 ਟਾਈਮ ਤੱਕ। ਠੀਕ ਹੈ ਜੀ, ਇਹ ਸੇਮ ਉਹੀ ਚੀਜ਼ ਹੈ। ਸੋ ਅੱਗੇ ਵੇਟਿੰਗ ਟਾਈਮ ਦੇਖ ਲਓ। ਵੇਟਿੰਗ ਟਾਈਮ ਕਿਆ ਦੱਸਿਆ ਹੈ, ਹੁਣ ਤੁਸੀਂ ਵੇਟਿੰਗ ਟਾਈਮ ਦੇਖੋ P1 ਦਾ ਵੇਟਿੰਗ ਟਾਈਮ ਕੀ ਹੋਏਗਾ। P1 8 ਕਿੱਥੇ ਫਿਨਿਸ਼ ਹੋ ਰਹੀ ਹੈ, ਇੱਥੇ 1 'ਤੇ, 8 - 1 8 - 1। ਠੀਕ ਹੈ, 0 ਇੱਥੇ ਜਦੋਂ ਮੈਂ ਤੁਹਾਨੂੰ ਕਹਿ ਰਹੀ ਸੀ ਕਿ ਅਰਾਈਵਿੰਗ ਟਾਈਮ, ਤਾਂ ਉਹ ਆਪਾਂ ਚਲੋ 0 ਤਾਂ 0 ਹੀ ਹੈ। 8 - 1 ਕਿੰਨਾ ਹੋ ਗਿਆ 7 ਮਿਲੀ ਸੈਕਿੰਡ। ਉਸ ਤੋਂ ਬਾਅਦ ਦੇਖੋ P2 ਦੇਖ ਲਓ, 2 ਵਾਰ ਚੱਲੀ ਹੈ, ਇੱਕ ਇੱਥੇ ਵੀ ਚੱਲੀ ਹੈ ਅਤੇ ਇੱਕ ਇੱਥੇ ਵੀ ਚੱਲੀ ਹੈ। ਸੋ 2 ਵਾਰ ਇਹਦਾ ਵੇਟਿੰਗ ਟਾਈਮ ਕੈਲਕੂਲੇਟ ਹੋਣਾ। ਇੱਕ ਤਾਂ ਇਹੀ ਹੋ ਗਿਆ 1 - 1 0 1, ਅਤੇ ਇੱਥੇ ਤੱਕ ਪਹਿਲਾਂ ਇਹਨੂੰ ਵੇਟ ਕਰਨਾ ਪਿਆ 1 ਸੈਕਿੰਡ ਦੇ ਲਈ, ਅਤੇ ਇਹਦਾ ਅਰਾਈਵਿੰਗ ਟਾਈਮ ਕਿੰਨਾ ਦਾ 1 1 - 1 ਕਿੰਨਾ ਹੋ ਗਿਆ 0। ਇੱਦਾਂ ਹੀ ਯਾਦ ਰੱਖਿਓ ਕਿ ਜਦੋਂ ਇਹ P1 ਇੱਥੇ ਸ਼ੁਰੂ ਹੁੰਦੀ ਹੈ ਤਾਂ ਇਹਦਾ 1 - 1 ਇਹਦਾ 0 ਹੀ ਹੋ ਜਾਂਦਾ ਹੈ। ਅਤੇ ਉਸ ਤੋਂ ਬਾਅਦ ਇਹ ਚੱਲੀ ਹੈ ਇੱਥੇ 4 'ਤੇ। ਠੀਕ ਹੈ, 4, ਅਤੇ ਇਹ ਪਹਿਲਾਂ ਕਦੋਂ ਫਿਨਿਸ਼ ਹੋਈ ਹੈ 2 'ਤੇ ਫਿਨਿਸ਼ ਹੋਈ ਹੈ, ਅਤੇ 4 - 2। ਠੀਕ ਹੈ, ਉਹਨਾਂ ਦੋਨਾਂ ਨੇ ਆਪਸ 'ਚ ਐਡ ਹੋ ਜਾਣਾ। 1 - 1 0 ਪਲੱਸ ਦੂਜੀ ਵਾਰੀ 4 - 2, ਜਿੱਥੇ ਉਹਦਾ ਫਿਨਿਸ਼ਿੰਗ ਟਾਈਮ ਤਾਂ ਪਹਿਲੀ ਜਿੰਨੀ ਕੁ ਦੇਰ ਉਹ ਪਹਿਲੀ ਚੱਲੀ ਹੈ, ਤਾਂ ਇਹ ਕਿੰਨਾ ਹੋ ਗਿਆ 2 ਮਿਲੀ ਸੈਕਿੰਡ। ਉਸ ਤੋਂ ਬਾਅਦ ਦੇਖੋ P3, ਤੁਸੀਂ ਖੁਦ ਕਰੋ P3 ਚੈੱਕ ਕਰੋ P3 ਕਿੱਥੇ ਹੈ, ਆਹੀ ਹੈ P3 ਜਸਟ। ਸੋ ਹਾਂਜੀ ਦੇਖੋ ਕਿੰਨਾ ਹੋਏਗਾ P3 2 'ਤੇ ਅਰਾਈਵ ਹੋਈ ਹੈ। ਇੱਥੇ ਵੀ ਤਾਂ ਅਰਾਈਵਿੰਗ ਟਾਈਮ ਕਿੰਨਾ ਹੈ 2, ਅਰਾਈਵਿੰਗ ਟਾਈਮ ਪਿਛਲੇ ਦੇ ਵਿੱਚ ਅਰਾਈਵਿੰਗ ਟਾਈਮ ਇੱਥੇ ਲਿਖਿਆ ਹੋਇਆ ਤਾਂ ਬਰਸਟ ਟਾਈਮ ਪਿੱਛੇ ਲਿਖਿਆ ਹੋਇਆ ਦਾ। ਸੋ ਕਨਫਿਊਜ਼ ਨਹੀਂ ਹੋਣਾ, ਅਰਾਈਵਿੰਗ ਟਾਈਮ ਮਤਲਬ ਕਦੋਂ ਅਰਾਈਵ ਹੁੰਦੀ ਹੈ, ਕਦੋਂ ਆਉਂਦੀ ਹੈ। ਸੋ P3 ਇੱਥੇ 2 'ਤੇ ਆਈ ਹੈ, ਇੱਥੇ 2 'ਤੇ, ਇਹਦਾ ਕਿੰਨਾ ਹੋ ਗਿਆ ਵੇਟਿੰਗ ਟਾਈਮ 0। ਠੀਕ ਹੈ, ਤੁਸੀਂ ਇਹ ਮੰਨ ਕੇ ਚੱਲੋ ਕਿ ਮੀਨਸ ਜਿਵੇਂ ਸਪੋਜ਼ ਕਰੋ ਕਿ ਮੈਂ ਤੁਹਾਨੂੰ ਟਾਈਮ ਦਿੱਤਾ ਹੋਇਆ ਹੈ ਕਿ ਤੁਸੀਂ 9:15 ਵਜੇ ਪਹੁੰਚਣਾ ਹੀ ਪਹੁੰਚਣਾ ਹੈ। ਹੁਣ ਜਿਹੜਾ ਬੱਚਾ ਮੇਰੇ ਕੋਲ ਪ੍ਰੋਪਰ 9:15 ਪਹੁੰਚ ਗਿਆ, ਉਹਦਾ ਵੇਟਿੰਗ ਟਾਈਮ ਕਿੰਨਾ ਹੋ ਗਿਆ 0 ਹੋ ਗਿਆ, ਕਿਉਂਕਿ 9:15 ਹੀ ਉਹਦਾ ਵੇਟਿੰਗ ਟਾਈਮ, ਤਾਂ 9:15 'ਤੇ ਹੀ ਉਹ ਪਹੁੰਚ ਗਿਆ। ਠੀਕ ਹੈ, ਸੋ ਇਹ ਦੇਖ ਲਓ ਕਿ ਦੈਟਸ ਵਾਈ ਵੀ ਮਾਈਨਸ ਇਟ ਫਰੋਮ ਦਾ ਅਰਾਈਵਲ ਟਾਈਮ। ਸੋ ਹੁਣ ਕੋਈ ਬੱਚਾ ਹੈ ਉਹ 9:20 'ਤੇ ਪਹੁੰਚ ਰਿਹਾ ਹੈ, ਟਾਈਮ ਦਿੱਤਾ ਹੋਇਆ ਤਾਂ ਮੈਂ 9:15 'ਤੇ ਪਹੁੰਚਣ ਦਾ। ਠੀਕ ਹੈ, ਉਹ 5 ਟਾਈਮ ਜਿਹੜਾ 5 ਮਿੰਟ ਹੈ 9:20 'ਤੇ ਉਹ ਚੱਲਦਾ ਹੈ, ਕਿਉਂਕਿ ਆਹ ਚੱਲਣ ਵਾਲਾ ਟਾਈਮ ਕੁਛ ਹੋਰ ਹੈ। 9:20 'ਤੇ ਉਹ ਪਹੁੰਚਦਾ ਹੈ, ਅਤੇ 9:15 ਨੂੰ ਕਿਹਾ ਹੋਇਆ ਤਾਂ 9:20 - 9:15 ਅਸੀਂ ਕਰਾਂਗੇ ਤਾਂ 5 ਮਿੰਟ ਹੋ ਗਏ ਹੈ ਨਾ।
ਸੋ ਇਸ ਕਰਕੇ ਅਸੀਂ ਜਿਹੜਾ ਇਹ ਵਾਲਾ ਟਾਈਮ ਹੈ ਕਦੋਂ ਪ੍ਰੋਸੈਸ ਚੱਲਦੀ ਹੈ ਬਟ ਉਹਦਾ ਅਰਾਈਵਲ ਟਾਈਮ ਕਹਿ ਤਾ ਉਹ ਵਿੱਚ ਅਸੀਂ ਮਾਈਨਸ ਕਰਦੇ ਹੁੰਦੇ ਹਾਂ। ਠੀਕ ਹੈ ਜੀ। ਪ੍ਰੋਸੈਸ P1 ਦੇ ਲਈ ਇਟਸ ਲਿਟਲ ਡਿਫਰੈਂਟ ਬਟ ਬਾਕੀਆਂ ਦੇ ਲਈ ਦਿਸ ਇਜ਼ ਦ ਮੈਥਡ। 7 + 2 + 0 ਹੋ ਗਿਆ, ਡਿਵਾਈਡਡ 3 ਪ੍ਰੋਸੈਸਿਸ ਹੈ ਸੋ ਡਿਵਾਈਡਡ ਹੋ ਗਿਆ। ਉਸ ਤੋਂ ਬਾਅਦ ਹੈ ਪ੍ਰਾਇਓਰਿਟੀ ਸਕੈਡਿਊਲਿੰਗ। ਪ੍ਰਾਇਓਰਿਟੀ ਸਕੈਡਿਊਲਿੰਗ ਦੇ ਮਤਲਬ ਕਿ ਹਰੇਕ ਪ੍ਰੋਸੈਸ ਨੂੰ ਪ੍ਰਾਇਓਰਿਟੀ ਅਸਾਈਨ ਹੋਣੀ ਹੋਏਗੀ ਕਿ ਕਿਹੜੀ ਪ੍ਰੋਸੈਸ ਸਭ ਤੋਂ ਜ਼ਿਆਦਾ ਇੰਪੋਰਟੈਂਟ ਹੈ, ਉਸ ਤੋਂ ਘੱਟ ਇੰਪੋਰਟੈਂਟ ਕਿਹੜੀ ਹੈ, ਉਸ ਤੋਂ ਘੱਟ ਕਿਹੜੀ ਹੈ, ਇਹਨੂੰ ਪ੍ਰਾਇਓਰਿਟੀ ਆਪਾਂ ਬੋਲ ਦਿੰਦੇ ਹਾਂ। ਉਹਦੇ ਅਕੋਰਡਿੰਗ ਉਹਨਾਂ ਨੇ ਚੱਲਣਾ ਹੈ। ਸੋ ਆ CPU ਹੈ ਪ੍ਰਾਇਓਰਿਟੀ 1 4 5 7। ਚਲੋ ਅੱਜ ਦੇ ਲਈ ਇੰਨਾ ਹੀ ਕਾਫੀ ਆ, ਬਾਕੀ ਫਿਰ ਨੈਕਸਟ ਲੈਕਚਰ ਦੇ ਵਿੱਚ ਕਰਦੇ ਹਾਂ।